ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ। ਸਾਰੇ ਇਹੀ ਜਾਣਨਾ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ 'ਚ ਇੰਡੀਆ ਇੱਕ ਗਲੋਬਲ ਪਾਵਰ ਬਣੇਗਾ। ਹਜ਼ਾਰਾਂ ਸਾਲਾਂ ਦਾ ਪੁਰਾਣਾ ਇਤਿਹਾਸ ਤੇ ਸੈਂਕੜੋਂ ਲੁੱਟਾਂ ਖੋਹਾਂ ਤੋਂ ਬਾਅਦ ਵੀ ਇੰਡੀਆ ਆਪਣੇ ਪੈਰਾਂ 'ਤੇ ਖੜਾ ਹੁੰਦਾ ਰਿਹਾ ਹੈ। ਸਾਰੇ ਦੇਸ਼ਾਂ ਦੇ ਨਾਲ ਇੰਡੀਆ ਵੀ ਗਲੋਬਲ ਪਾਵਰ ਬਣਨ ਦੀ ਰੇਸ ਦੇ ਵਿੱਚ ਸ਼ਾਮਿਲ ਹੈ ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵਰਲਡ ਦੇ ਰੈਪਿਡ ਚੇਂਜਿੰਗ ਗਲੋਬਲ ਸਟਰਕਚਰ ਦੇ ਵਿੱਚ ਇੰਡੀਆ ਦਾ ਵੀ ਬਹੁਤ ਵੱਡਾ ਰੋਲ ਹੈ। ਇੱਕ ਪਾਸੇ ਜਿੱਥੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਵਰਗੇ ਡਿਵੈਲਪਡ ਦੇਸ਼ਾਂ ਦਾ ਮੰਦੀ ਕਰਕੇ ਦਿਵਾਲਾ ਨਿਕਲਿਆ ਹੋਇਆ, ਉੱਥੇ ਹੀ ਇੰਡੀਆ ਹਰ ਕੁਆਰਟਰ ਦੇ ਵਿੱਚ ਆਊਟ ਪਰਫਾਰਮ ਕਰਕੇ ਗਲੋਬਲ ਇਕਨੋਮਿਕ ਪਾਵਰ ਦੀ ਰੇਸ 'ਚ ਅੱਗੇ ਵਧ ਰਿਹਾ ਹੈ। 2050 ਤੱਕ ਇਹ ਐਸਟੀਮੇਟ ਕੀਤਾ ਜਾ ਰਿਹਾ ਹੈ ਕਿ ਇੰਡੀਆ ਵਰਲਡ ਦੀ ਤੀਜੀ ਲਾਰਜੈਸਟ ਇਕਨੋਮੀ ਵੀ ਬਣ ਸਕਦੀ ਹੈ। ਦੁਨੀਆ ਦੇ ਮਸ਼ਹੂਰ ਇਕਨੋਮਿਸਟ ਮਾਰਟਿਨ ਵੁਲਫ ਦਾ ਵੀ ਇਹੀ ਕਹਿਣਾ ਹੈ ਕਿ ਇੰਡੀਆ ਜਿਸ ਰਸਤੇ ਤੁਰ ਰਿਹਾ ਹੈ ਬਹੁਤ ਜਲਦੀ ਇੱਕ ਫਾਸਟ ਸੁਪਰ ਪਾਵਰ ਬਣ ਸਕਦੀ ਹੈ ਔਰ 2050 ਤੱਕ ਅਮਰੀਕਾ ਦੇ ਨਾਲ ਮੋਢਾ ਰਲਾ ਕੇ ਖੜ ਸਕੇਗੀ, ਜਿਸ ਕਰਕੇ ਅਮਰੀਕਾ ਦੇ ਨਾਲ ਇੰਡੀਆ ਦੀ ਵੀ ਇੰਟਰਨੈਸ਼ਨਲ ਫੋਰਮ ਤੇ ਕਾਫੀ ਐਕਸੈਪਟੈਂਸ ਵੱਧ ਗਈ ਹੈ ਔਰ ਕਈ ਕੰਟਰੀਜ਼ ਇੰਡੀਆ ਨੂੰ ਇੱਕ ਐਮਰਜਿੰਗ ਸੁਪਰ ਪਾਵਰ ਕੰਸੀਡਰ ਕਰ ਰਹੀ ਹੈ, ਜਿਹਦੇ ਕਰਕੇ ਉਹ ਇੰਡੀਆ ਦੀ ਸਟ੍ਰੈਟਜੀਜ਼ ਐਂਡ ਪਾਲਿਸੀਜ਼ ਤੇ ਖਾਸ ਨਿਗਾਹ ਰੱਖਦੀ ਹੈ। ਹੁਣ ਗੱਲ ਕਰਦੇ ਹਾਂ ਇੰਡੀਆ ਦੀ ਇਕਨੋਮਿਕ ਗਰੋਥ ਬਾਰੇ। ਇਸੇ ਸਾਲ ਦੇ ਦੂਜੇ ਕੁਆਰਟਰ ਅਪ੍ਰੈਲ ਤੋਂ ਜੂਨ ਤੱਕ ਇੰਡੀਆ ਨੇ ਆਲਰੇਡੀ 13.5% ਇਕਨੋਮਿਕ ਗਰੋਥ ਹਾਸਲ ਕਰ ਲਈ ਹੈ, ਜਿਹਦੇ ਕਰਕੇ ਇੰਡੀਆ ਵਰਲਡ ਦੀ ਫਾਸਟੈਸਟ ਗਰੋਇੰਗ ਲਾਰਜ ਇਕਨੋਮੀ ਬਣ ਚੁੱਕੀ ਹੈ ਤੇ ਅੱਜ ਦੀ ਡੇਟ ਵਿੱਚ ਇੰਡੀਆ ਨੇ ਗ੍ਰੇਟ ਬ੍ਰਿਟੇਨ ਨੂੰ ਵਰਲਡ ਦੇ ਗਲੋਬਲ ਇਕਨੋਮਿਕ ਚਾਰਟ ਦੀ ਲਿਸਟ 'ਚੋਂ ਖਿਸਕਾ ਕੇ 5ਵੇਂ ਨੰਬਰ ਤੇ ਆਪ ਬੈਠ ਗਿਆ ਹੈ ਔਰ ਅਗਰ ਇੰਡੀਆ ਇਸੇ ਰਫ਼ਤਾਰ ਤੇ ਚੱਲਦਾ ਰਿਹਾ 2047 ਤੱਕ ਇੰਡੀਆ ਹਾਈ ਮਿਡਲ ਇਨਕਮ ਸਟੇਟਸ ਹਾਸਲ ਕਰ ਲਏਗਾ। ਵਰਲਡ ਬੈਂਕ ਨੇ ਸਾਰੀ ਕੰਟਰੀਜ਼ ਨੂੰ 3 ਕੈਟੇਗਰੀਜ਼ 'ਚ ਕਲਾਸੀਫਾਈ ਕੀਤਾ ਹੋਇਆ ਹੈ: ਲੋ ਇਨਕਮ ਕੰਟਰੀਜ਼, ਮਿਡਲ ਇਨਕਮ ਕੰਟਰੀਜ਼ ਤੇ ਹਾਈ ਇਨਕਮ ਕੰਟਰੀਜ਼, ਤੇ ਇੰਡੀਆ ਇਸ ਟਾਈਮ ਲੋ ਇਨਕਮ ਕੰਟਰੀ ਕੰਸੀਡਰ ਹੁੰਦੀ ਹੈ। ਔਰ ਇਹ ਕਿੱਦਾਂ ਪਤਾ ਲੱਗਦਾ ਕਿ ਇੱਕ ਕੰਟਰੀ ਲੋ, ਮਿਡਲ ਜਾਂ ਹਾਈ ਇਨਕਮ ਕੰਟਰੀ ਹੈ? ਇੱਕ ਕੰਟਰੀ ਦੀ ਇੱਕ ਸਾਲ ਦੇ ਵਿੱਚ ਜਿੰਨੀ ਵੀ ਟੋਟਲ ਇਨਕਮ ਹੈ ਉਹਨੂੰ ਟੋਟਲ ਪੋਪੂਲੇਸ਼ਨ ਦੇ ਨਾਲ ਡਿਵਾਈਡ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਨੰਬਰ ਆਉਂਦਾ ਹੈ ਉਹਨੂੰ US ਡਾਲਰਸ 'ਚ ਕਨਵਰਟ ਕਰਕੇ ਇਸ ਚਾਰਟ ਵਿੱਚ ਮੈਚ ਕੀਤਾ ਜਾਂਦਾ ਹੈ। ਉਹ ਨੰਬਰ ਜਿੱਥੇ ਵੀ ਫਾਲ ਕਰੇਗਾ ਉੱਥੋਂ ਪਤਾ ਲੱਗਦਾ ਹੈ ਕਿ ਇੱਕ ਕੰਟਰੀ ਹਾਈ, ਮਿਡਲ ਜਾਂ ਲੋ ਇਨਕਮ ਕੰਟਰੀ ਕੰਸੀਡਰ ਕੀਤੀ ਜਾਵੇਗੀ। ਇਸ ਟਾਈਮ ਇੰਡੀਆ ਲੋ ਇਨਕਮ ਕੰਟਰੀ ਦਾ ਸਟੇਟਸ ਰੱਖਦੀ ਹੈ, ਪਰ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਮਿਡਲ ਇਨਕਮ ਕੰਟਰੀ ਦਾ ਸਟੇਟਸ ਹਾਸਲ ਕਰ ਲਵੇਗੀ। ਅਸੀਂ ਇਸੇ ਤਰ੍ਹਾਂ ਹੀ ਕੰਪਲੈਕਸ ਇਸ਼ੂਜ਼ ਨੂੰ ਸਿੰਪਲ ਭਾਸ਼ਾ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਤਾਂ ਕਿ ਸਾਡੀ ਕਮਿਊਨਿਟੀ ਨੂੰ ਹੋਰ ਨੌਲੇਜ ਤੇ ਵਧੀਆ ਸੇਧ ਮਿਲ ਸਕੇ। ਸਾਨੂੰ ਸਪੋਰਟ ਕਰਨ ਲਈ ਤੁਸੀਂ ਲਾਈਕ, ਸ਼ੇਅਰ, ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਸਾਡਾ ਮਨੋਬਲ ਵਧਾ ਸਕਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੰਡੀਆ ਨੇ 2070 ਤੱਕ ਜ਼ੀਰੋ ਨੈਟ ਐਮਿਸ਼ਨ ਦੇ ਟਾਰਗੇਟ ਵੀ ਰੱਖੇ ਹੋਏ ਨੇ। ਅੱਜ ਦੀ ਡੇਟ 'ਚ ਇੰਡੀਆ 3.5 ਟ੍ਰਿਲੀਅਨ ਡਾਲਰਸ ਦੀ ਇਕਨੋਮੀ ਹੈ, ਪਰ 2031 ਤੱਕ ਇਹ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਇੰਡੀਆ 7.5 ਟ੍ਰਿਲੀਅਨ US ਡਾਲਰਸ ਦੀ ਇਕਨੋਮੀ ਬਣ ਸਕਦੀ ਹੈ, ਜੋ ਕਿ ਡਬਲ ਤੋਂ ਵੀ ਜ਼ਿਆਦਾ ਹੈ। ਇੰਡੀਆ ਨੇ GST, ਆਧਾਰ ਕਾਰਡ, UPI ਵਰਗੇ ਕਾਫੀ ਸਾਰੇ ਰੀਫਾਰਮਸ ਲਿਆਂਦੇ ਨੇ, ਜਿਹਦੇ ਕਰਕੇ ਬੈਂਕ ਦੇ ਅੰਡਰਰਾਈਟਿੰਗ ਤੇ ਵੈਰੀਫਿਕੇਸ਼ਨ ਪ੍ਰੋਸੈਸ ਕਾਫੀ ਐਫੀਸ਼ੀਐਂਟ ਹੋ ਚੁੱਕੇ ਨੇ। ਤੁਸੀਂ ਸ਼ਾਇਦ ਨੋਟਿਸ ਵੀ ਕੀਤਾ ਹੋਵੇਗਾ ਹੁਣ ਤੁਹਾਡੇ ਲੋਨਸ ਕਿੰਨੀ ਜਲਦੀ ਅਪਰੂਵ ਹੋ ਜਾਂਦੇ ਨੇ। ਇੰਡੀਆ ਨੂੰ ਬਹੁਤ ਹੀ ਵੱਡਾ ਜੀਓਪੋਲੀਟੀਕਲ ਐਡਵਾਂਟੇਜ ਵੀ ਹੈ, ਕਿਉਂਕਿ ਇੰਡੀਆ ਬੜਾ ਹੀ ਸਟ੍ਰੈਟੇਜਿਕਲੀ ਮਿਡਲ ਈਸਟ, ਸਾਊਥ ਈਸਟ ਏਸ਼ੀਆ ਤੇ ਸੈਂਟਰਲ ਏਸ਼ੀਆ ਦੇ ਵਿੱਚ ਲੋਕੇਟਡ ਹੈ, ਜਿਹਦੇ ਕਰਕੇ ਇੰਡੀਆ ਨੂੰ ਸ਼ੁਰੂ ਤੋਂ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਟੇਜ ਮਿਲਦੀ ਰਹੀ ਹੈ। ਜਿੰਨਾ ਹੀ ਇੱਕ ਕੰਟਰੀ ਦਾ ਇੰਟਰਨੈਸ਼ਨਲ ਟ੍ਰੇਡ ਵਧੀਆ ਹੈ, ਉਨੇ ਹੀ ਉਸ ਕੰਟਰੀ ਕੋਲ ਓਪਰਚੁਨਿਟੀਜ਼ ਹੁੰਦੇ ਨੇ ਗਲੋਬਲ ਆਰਗੇਨਾਈਜੇਸ਼ਨਸ ਤੇ ਦੂਜੀਆਂ ਕੰਟਰੀਆਂ ਦੇ ਨਾਲ ਵਧੀਆ ਟਾਈਪਸ ਕਰਨ ਦੇ ਲਈ। ਇੰਡੀਆ ਦੀ IT ਇੰਡਸਟਰੀ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਜਿਹਦੇ ਕਰਕੇ ਇੰਡੀਆ ਇਨੋਵੇਸ਼ਨ ਤੇ ਟੈਕਨੋਲੋਜੀਕਲ ਐਡਵਾਂਸਮੈਂਟਸ ਦਾ ਹੱਬ ਬਣ ਚੁੱਕਾ ਹੈ। ਸਟਾਰਟਅਪ ਤੋਂ ਲੈ ਕੇ ਮਲਟੀਨੈਸ਼ਨਲ ਕੰਪਨੀਆਂ ਇੰਡੀਆ ਵਿੱਚ ਬਹੁਤ ਰੈਪਿਡਲੀ ਇਵੋਲਵ ਕਰ ਰਹੀਆਂ ਨੇ ਔਰ ਇੰਡੀਆ ਪਿਛਲੇ 20 ਸਾਲਾਂ ਤੋਂ ਆਪਣੀ ਇਹ ਸਰਵਿਸਿਜ਼ ਐਕਸਪੋਰਟ ਵੀ ਕਰ ਰਹੀ ਹੈ, ਜਿਹਦੇ ਕਰਕੇ ਇੰਡੀਆ ਦੀ ਇਕਨੋਮੀ ਹੋਰ ਗਰੋ ਕਰ ਰਹੀ ਹੈ ਤੇ ਸਟੇਬਲ ਵੀ ਹੋ ਰਹੀ ਹੈ। ਜਦੋਂ ਅਸੀਂ ਐਕਸਪੋਰਟ ਦੀ ਗੱਲ ਕਰਦੇ ਹਾਂ ਉਹ ਸਿਰਫ ਫਿਜ਼ੀਕਲ ਮਟੀਰੀਅਲ ਨਹੀਂ ਹੁੰਦਾ ਹੈ। ਇੰਡੀਆ ਆਪਣੀ IT ਦੀ ਸਰਵਿਸਿਜ਼ ਵੀ ਐਕਸਪੋਰਟ ਕਰਦਾ ਆ ਰਿਹਾ ਹੈ ਤੇ 2021-22 ਤੱਕ ਇੰਡੀਆ ਨੇ 254.5 US ਬਿਲੀਅਨ ਡਾਲਰ ਦੀ ਸਰਵਿਸਿਜ਼ ਐਕਸਪੋਰਟ ਕਰ ਦਿੱਤੀਆਂ ਨੇ। ਇੰਡੀਆ ਨੇ ਕੁਝ ਸਾਲ ਪਹਿਲਾਂ ਹੀ UPI ਇੰਟਰੋਡਿਊਸ ਕੀਤਾ ਸੀ, ਜਿਹਦੇ ਕਰਕੇ ਬੈਂਕਸ, ਬਿਜ਼ਨੈਸਸ ਤੇ ਕੰਜ਼ਿਊਮਰਸ ਬਹੁਤ ਹੀ ਜਲਦੀ ਤੇ ਆਸਾਨ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਇੰਟਰਕਨੈਕਟਡ ਨੇ। UPI ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਕਾਮਯਾਬ ਹੋ ਚੁੱਕਾ ਹੈ ਕਿ ਹਰ ਮਹੀਨੇ 100 ਬਿਲੀਅਨ US ਡਾਲਰਸ ਦੀ ਟ੍ਰਾਂਜੈਕਸ਼ਨ UPI ਦੇ ਵਿੱਚ ਹੋ ਰਹੀ ਹਨ ਔਰ ਰੀਸੈਂਟਲੀ ਹੀ ਫਰਾਂਸ ਨੇ ਵੀ UPI ਨੂੰ ਅਡਾਪਟ ਕੀਤਾ ਹੈ। ਸਿਰਫ ਫਰਾਂਸ ਨੇ ਹੀ ਨਹੀਂ, ਸਿੰਗਾਪੁਰ, UAE, ਓਮਾਨ, ਭੂਟਾਨ, ਨੇਪਾਲ, ਸਾਊਦੀ ਅਰੇਬੀਆ, ਮਲੇਸ਼ੀਆ ਵਰਗੇ ਹੋਰ ਕਈ ਦੇਸ਼ਾਂ ਨੇ UPI ਨੂੰ ਅਡਾਪਟ ਕੀਤਾ ਹੈ। 2009 ਦੇ ਵਿੱਚ ਇੱਕ ਸਮਾਂ ਸੀਗਾ ਜਦੋਂ ਸਿਰਫ ਇੰਡੀਆ ਦੀ 5% ਪੋਪੂਲੇਸ਼ਨ ਇੰਟਰਨੈਟ ਯੂਜ਼ ਕਰ ਪਾਉਂਦੀ ਸੀ। ਜੀਓ ਨੇ 33 ਬਿਲੀਅਨ US ਡਾਲਰਸ ਇਨਵੈਸਟ ਕਰਕੇ ਅੱਜ ਇੰਡੀਆ ਦੇ ਵਿੱਚ ਅਪਰੋਕਸੀਮੇਟਲੀ 60% ਆਫ ਇੰਡੀਅਨ ਪੋਪੂਲੇਸ਼ਨ ਇੰਟਰਨੈਟ ਯੂਜ਼ ਕਰ ਪਾ ਰਹੀ ਹੈ। ਇੰਡੀਆ ਦੇ ਕੋਲ ਇੱਕ ਸੌਫਟ ਪਾਵਰ ਹੈ ਜੋ ਕਿ ਉਹਦੀ ਕਲਚਰਲ ਇਨਫਲੂਐਂਸ ਹੈ। ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਇੰਡੀਆ ਦੀ ਕਈ ਕਮਿਊਨਿਟੀਜ਼ ਦੇ ਰਿਚ ਕਲਚਰਲ ਹੈਰੀਟੇਜ, ਫਿਲਮਸ, ਟ੍ਰੈਡੀਸ਼ਨਲ ਮਿਊਜ਼ਿਕ, ਯੋਗਾ ਤੇ ਡਾਈਵਰਸ ਕੁਜ਼ੀਨ ਸਾਰੀ ਦੁਨੀਆ 'ਚ ਮਸ਼ਹੂਰ ਹੈ। ਅੱਜ ਇੰਟਰਨੈਸ਼ਨਲੀ ਵੀ ਲੋਕ ਕਈ ਤਰ੍ਹਾਂ ਦੇ ਕਲਚਰਸ ਤੋਂ ਵਾਕਿਫ ਨੇ ਔਰ ਇੱਕ ਦੂਜੇ ਦੇ ਕਲਚਰਸ ਨੂੰ ਅਡੈਪਟ ਵੀ ਕਰ ਰਹੇ ਨੇ।
ਤੁਸੀਂ ਦੇਖਿਆ ਹੋਗਾ ਕਿਵੇਂ ਗੋਰੇ ਕੈਨੇਡੀਅਨ ਬੱਸ ਡਰਾਈਵਰਸ ਪੰਜਾਬੀ ਬੋਲਦੇ ਹੋਏ ਬਰੈਂਪਟਨ 'ਚ ਨਜ਼ਰ ਆਉਂਦੇ ਨੇ। ਕਿਸੇ ਕੰਟਰੀ ਨੇ ਅਗਰ ਗਲੋਬਲ ਪਾਵਰ ਬਣਨਾ ਹੋਵੇ, ਮਿਲਟਰੀ ਦੀ ਸਿਗਨੀਫੀਕੈਂਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਇੰਡੀਆ 4th ਲਾਰਜੈਸਟ ਮਿਲਟਰੀ ਇਨ ਦ ਵਰਲਡ ਹੈ ਔਰ ਇੰਡੀਆ ਹਰ ਸਾਲ ਆਪਣੇ ਆਰਮਡ ਫੋਰਸਸ ਨੂੰ ਮਾਡਰਨਾਈਜ਼ ਕਰਦੀ ਆ ਰਹੀ ਹੈ। 2020 ਤੋਂ ਲੈ ਕੇ ਹੁਣ ਤੱਕ ਮਿਲਟਰੀ ਆਫ ਇੰਡੀਆ ਐਕਟਿਵ ਲਾਰਜੈਸਟ ਡਿਊਟੀ ਫੋਰਸ ਇਨ ਦ ਵਰਲਡ ਹੈ ਔਰ ਇੰਡੀਆ ਦੀ ਪੈਰਾਮਿਲਟਰੀ ਫੋਰਸਸ ਜੋ ਕਿ ਸੈਂਟਰਲ ਗਵਰਨਮੈਂਟ ਨੂੰ ਰਿਪੋਰਟ ਕਰਦੀ ਹੈ 10 ਲੱਖ ਤੋਂ ਵੀ ਜ਼ਿਆਦਾ ਸੋਲਜਰਸ ਐਮਪਲੋਇਡ ਨੇ, ਜਿਹਦੇ ਕਰਕੇ ਇੰਡੀਆ ਸੈਕੰਡ ਲਾਰਜੈਸਟ ਪੈਰਾਮਿਲਟਰੀ ਫੋਰਸ ਇਨ ਦ ਵਰਲਡ ਹੈ। ਔਰ ਅਗਰ ਅਸੀਂ ਟੋਟਲ ਆਰਮਡ ਫੋਰਸਸ ਦੀ ਗੱਲ ਕਰੀਏ, ਇੰਡੀਆ ਨੇ 24 ਲੱਖ ਤੋਂ ਵੀ ਜ਼ਿਆਦਾ ਸੋਲਜਰਸ ਨੂੰ ਐਮਪਲੋਏ ਕੀਤਾ ਹੋਇਆ ਹੈ। ਇੰਡੀਆ ਇੱਕ ਨਿਊਕਲੀਅਰ ਪਾਵਰ ਹੋਣ ਦੇ ਨਾਲ ਸਟਰੋਂਗ ਮਿਸਾਈਲ ਡਿਫੈਂਸ ਸਿਸਟਮ ਵੀ ਆਕੂਪਾਈ ਕਰਕੇ ਰੱਖਦੀ ਹੈ। ਜਦ ਅਸੀਂ ਵੱਡੇ ਗੋਲਸ ਰੱਖਦੇ ਹਾਂ ਤੇ ਚੈਲੰਜਸ ਐਂਡ ਆਬਸਟੈਕਲਸ ਤੇ ਆਉਂਦੀਆਂ ਹੀ ਨੇ। ਇਸੇ ਤਰ੍ਹਾਂ ਹੀ ਇੰਡੀਆ ਨੂੰ ਨੇਬਰਿੰਗ ਕੰਟਰੀਜ਼ ਤੇ ਇੰਟਰਨਲ ਕਨਫਲਿਕਟਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇੰਡੀਆ ਨੂੰ ਇਸ ਵਕਤ ਇੱਕ ਲੈਸ ਪੋਲਰਾਈਜ਼ਿੰਗ ਲੀਡਰ ਦੀ ਲੋੜ ਹੈ ਜੋ ਕਿ ਇੰਨਾ ਭੜਕਾਊ ਤੇ ਪੱਖਵਾਦੀ ਸੋਚ ਤੋਂ ਪਰੇ ਹੋਵੇ ਤੇ ਦੇਸ਼ ਦਾ ਹਰ ਤਰ੍ਹਾਂ ਤੋਂ ਪਰਉਪਕਾਰ ਕਰ ਸਕੇ। ਜਿਵੇਂ ਇੱਕ ਕੰਪਨੀ ਦੇ ਵਿੱਚ ਉਹਦੇ ਕਲਾਇੰਟਸ ਬਹੁਤ ਜ਼ਰੂਰੀ ਹੁੰਦੇ ਨੇ ਤੇ ਅਗਰ EMPLOYEES ਵਧੀਆ ਪਰਫਾਰਮ ਕਰ ਰਹੇ ਨੇ ਤੇ ਖੁਸ਼ ਨੇ ਤੇ ਤੁਹਾਡੇ ਕਲਾਇੰਟਸ ਵੀ ਮੇਨਟੇਨ ਰਹਿਣਗੇ। ਇਸੇ ਤਰ੍ਹਾਂ ਹੀ ਅਗਰ ਇੰਡੀਆ ਇੰਟਰਨਲ ਕਨਫਲਿਕਟਸ ਆਪਣੀ ਹੀ ਕਮਿਊਨਿਟੀਜ਼, ਐਥਨੀਸਿਟੀਜ਼ ਤੇ ਟ੍ਰਾਈਬਸ ਨੂੰ ਪ੍ਰਾਇੋਰਿਟੀ 'ਚ ਰੱਖਣਗੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਰਹਿਣਗੇ ਉਹਨਾਂ ਦੀ ਨੀਡਸ ਐਂਡ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰਦੇ ਰਹਿਣ, ਇਹਦੇ ਨਾਲ ਹੀ ਇੰਡੀਆ ਦੇ ਐਕਸਟਰਨਲ ਟਾਈਜ਼ ਵੀ ਮਜ਼ਬੂਤ ਹੋਣਗੇ ਕਿਉਂਕਿ ਇੱਦਾਂ ਕਰਨ ਦੇ ਨਾਲ ਇੰਡੀਆ ਦੀ ਆਪਣੀ ਇਨਸਟੇਬਿਲਿਟੀ ਘਟੇਗੀ ਤੇ ਦੂਜੀਆਂ ਕੰਟਰੀਜ਼ ਇਹਦਾ ਫਾਇਦਾ ਨਹੀਂ ਚੱਕ ਪਾਉਣਗੀਆਂ। ਜਿੱਦਾਂ ਹੀ ਹਰ ਕੰਟਰੀ 'ਚ ਪੋਲੀਟੀਕਲ ਪਾਵਰ 'ਚ ਚੇਂਜਸ ਆਉਂਦੀਆਂ ਨੇ, ਉੱਦਾਂ ਹੀ ਇੰਡੀਆ ਨੂੰ ਆਪਣੀ ਸਟ੍ਰੈਟੇਜੀਜ਼ ਤੇ ਪਾਲਿਸੀਜ਼ 'ਚ ਵੀ ਚੇਂਜਸ ਲਿਆਉਣੀਆਂ ਪੈਂਦੀਆਂ ਨੇ। ਇੰਡੀਆ ਨੂੰ ਗਲੋਬਲ ਪਾਵਰ ਬਣਨ ਦੇ ਲਈ ਹੋਰ ਕਈ ਚੈਲੰਜਸ ਜਿਵੇਂ ਕਿ ਕਰਪਸ਼ਨ, ਪੋਵਰਟੀ, ਇਲਿਟਰੇਸੀ ਤੇ ਪੋਲੀਟੀਕਲ ਇਨਸਟੇਬਿਲਿਟੀ ਨੂੰ ਐਡਰੈਸ ਕਰਨਾ ਪਵੇਗਾ। ਇੰਡੀਆ ਨੂੰ ਆਪਣੇ ਇਨਫਰਾਸਟ੍ਰਕਚਰ, ਪਾਵਰ ਤੇ ਪਾਣੀਆਂ ਦੇ ਉੱਤੇ ਵੀ ਕੰਮ ਕਰਨਾ ਪਵੇਗਾ। ਸੋ ਕੀ ਇੰਡੀਆ ਨੈਕਸਟ ਗਲੋਬਲ ਪਾਵਰ ਬਣੇਗੀ? ਇਹ ਤਾਂ ਵਕਤ ਹੀ ਦੱਸੇਗਾ ਕਿਉਂਕਿ ਇੰਡੀਆ ਦੀ ਗਲੋਬਲ ਪਾਵਰ ਬਣਨ ਦੀ ਟ੍ਰੈਜੈਕਟਰੀ ਸ਼ੇਪ ਹੋਏਗੀ ਉਹਦੇ ਐਕਸ਼ਨਸ, ਡਿਸੀਜਨਸ ਤੇ ਸਪੋਰਟ ਦੋਵੇਂ ਇੰਟਰਨਲ ਤੇ ਇੰਟਰਨੈਸ਼ਨਲ ਸਟੇਜ 'ਤੇ। ਇੰਡੀਆ ਕੋਲ ਪੋਟੈਂਸ਼ੀਅਲ ਤਾਂ ਜ਼ਰੂਰ ਹੈ ਇੱਕ ਗਲੋਬਲ ਸੁਪਰ ਪਾਵਰ ਬਣਨ ਦੇ ਲਈ, ਅਗਰ ਉਹ ਆਪਣੇ ਚੈਲੰਜਸ ਨੂੰ ਐਡਰੈਸ ਕਰੇ ਤੇ ਆਪਣੀ ਸਟਰੈਂਥਸ ਨੂੰ ਕੈਪੀਟਲਾਈਜ਼ ਕਰੇ। ਅੱਜ ਦੀ ਡੇਟ ਵਿੱਚ ਕਈ ਲੋਕ ਡਿਵੈਲਪਡ ਕੰਟਰੀਜ਼ ਤੋਂ ਰਿਵਰਸ ਮਾਈਗ੍ਰੇਸ਼ਨ ਕਰ ਰਹੇ ਨੇ ਤੇ ਇੰਡੀਆ ਵਿੱਚ ਹੈਵੀਲੀ ਇਨਵੈਸਟ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਇੰਡੀਆ ਦੇ ਨਾਲ ਅਸੀਂ ਸਾਰੇ ਤਰੱਕੀ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਤੁਸੀਂ ਕਮੈਂਟਸ ਰਾਹੀਂ ਸਾਨੂੰ ਆਪਣਾ ਫੀਡਬੈਕ ਜ਼ਰੂਰ ਦੇ ਸਕਦੇ ਹੋ। ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਦੇਖਣ ਲਈ ਬਹੁਤ ਬਹੁਤ ਧੰਨਵਾਦ।